हेलो डियर स्टूडेंट्स, हाउ आर यू ऑल। ਮੇਰਾ ਨਾਮ ਹੈ ਸੰਦੀਪ ਸਿੰਘ ਤੇ ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ 9ਵੀਂ ਜਮਾਤ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚੈਪਟਰ ਨੰਬਰ 4 ਜਿਸ ਦਾ ਨਾਮ ਹੈ ਪਰਮਾਣੂ ਦੀ ਬਣਤਰ ਮੀਨਸ ਸਟਰਕਚਰ ਆਫ ਐਟਮ ਸ਼ੁਰੂ ਕੀਤਾ ਹੋਇਆ ਹੈ। ਇਸ ਚੈਪਟਰ ਨਾਲ ਸੰਬੰਧਿਤ ਪਿਛਲੀ ਵੀਡੀਓ ਵਿੱਚ ਅਸੀਂ ਪਰਮਾਣੂਆਂ ਦੇ ਵੱਖ-ਵੱਖ ਮਾਡਲਾਂ ਬਾਰੇ ਜਾਣਿਆ ਸੀ, ਜਿਵੇਂ ਕਿ ਜੇ ਥਾਮਸਨ ਮਾਡਲ। ਉਸ ਤੋਂ ਬਾਅਦ ਅਸੀਂ ਰਦਰਫੋਰਡ ਦਾ ਪਰਮਾਣੂ ਮਾਡਲ ਉਸ ਬਾਰੇ ਪੜ੍ਹਿਆ ਸੀ ਤੇ ਆਖਿਰ ਵਿੱਚ ਅਸੀਂ ਬੋਹਰ ਦੇ ਪਰਮਾਣੂ ਮਾਡਲ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ। ਤੇ ਪਿਆਰੇ ਵਿਦਿਆਰਥੀਓ, ਬੋਹਰ ਦੇ ਪਰਮਾਣੂ ਮਾਡਲ ਵਿੱਚ ਅਸੀਂ ਪੜ੍ਹਿਆ ਸੀ ਇਸ ਵਿੱਚ ਸੈਂਟਰ ਵਿੱਚ ਨਿਊਕਲੀਅਸ ਹੈ ਤੇ ਉਸ ਦੇ ਆਲੇ ਦੁਆਲੇ ਇਲੈਕਟ੍ਰੋਨ ਇੱਕ ਫਿਕਸਡ ਆਰਬਿਟ ਵਿੱਚ ਗਤੀ ਕਰਦੇ ਹਨ, ਜਿਨ੍ਹਾਂ ਨੂੰ ਅਸੀਂ ਉਸ ਦੇ ਊਰਜਾ ਪੱਧਰ ਕਹਿੰਦੇ ਹਾਂ। ਇਹਨਾਂ ਵਿੱਚ ਇਲੈਕਟ੍ਰੋਨ ਜਦੋਂ ਗਤੀ ਕਰਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ ਹੈ। ਤੇ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਬੋਹਰ ਦੇ ਪਰਮਾਣੂ ਮਾਡਲ ਨੇ ਪਰਮਾਣੂ ਦੀ ਸਥਿਰਤਾ ਨੂੰ ਐਕਸਪਲੇਨ ਕੀਤਾ। ਤੇ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਇਹ ਜਾਣਨਾ ਜ਼ਰੂਰੀ ਸੀ ਕਿ ਨਿਊਕਲੀਅਸ ਦੇ ਦੁਆਲੇ ਕਿਸੇ ਖਾਸ ਆਰਬਿਟ ਵਿੱਚ ਇਹਨਾਂ ਇਲੈਕਟ੍ਰੋਨਾਂ ਦੀ ਗਿਣਤੀ ਕਿੰਨੀ ਹੈ। ਇਸ ਸੈਸ਼ਨ ਵਿੱਚ ਅਸੀਂ ਅੱਜ ਜਾਣਾਂਗੇ ਕਿ ਵੱਖ-ਵੱਖ ਪੱਥਾਂ ਵਿੱਚ ਇਲੈਕਟ੍ਰੋਨ ਕਿਵੇਂ ਵੰਡੇ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਪਰਮਾਣੂਆਂ ਦੇ ਵੱਖ-ਵੱਖ ਆਰਬਿਟਾਂ ਵਿੱਚ ਇਲੈਕਟ੍ਰੋਨਾਂ ਦੀ ਵੰਡ ਲਈ ਬੋਹਰ ਅਤੇ ਬਰੀ ਨੇ ਕੁਝ ਨਿਯਮ ਸੁਝਾਏ ਤੇ ਉਹਨਾਂ ਨੂੰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ। ਪਿਆਰੇ ਵਿਦਿਆਰਥੀਓ, ਹੁਣ ਤੱਕ ਅਸੀਂ ਪੜ੍ਹਿਆ ਹੈ ਕਿ ਰਦਰਫੋਰਡ ਨੇ ਪਰਮਾਣੂ ਵਿੱਚ ਨਾਭਿਕ ਦੀ ਖੋਜ ਕੀਤੀ ਮੀਨਸ ਰਦਰਫੋਰਡ ਡਿਸਕਵਰ ਦੀ ਨਿਊਕਲੀਅਸ ਇਨ ਐਨ ਐਟਮ ਅਤੇ ਉਸਨੇ ਦੱਸਿਆ ਕਿ ਨਿਊਕਲੀਅਸ ਤੇ ਧਨ ਚਾਰਜ ਹੁੰਦਾ ਹੈ ਮੀਨਸ ਪੋਜ਼ਿਟਿਵ ਚਾਰਜ ਹੁੰਦਾ ਹੈ। ਤੇ ਇਸ ਤੋਂ ਬਾਅਦ 1913 ਈਸਵੀ ਵਿੱਚ ਮੂਜ਼ਲੇ ਨਾਮਿਕ ਵਿਗਿਆਨੀ ਨੇ ਕਿਸੇ ਪਰਮਾਣੂ ਦੇ ਨਾਭਿਕ ਮੀਨਸ ਨਿਊਕਲੀਅਸ ਵਿੱਚ ਧਨ ਚਾਰਜਾਂ ਦੀ ਅਸਲ ਗਿਣਤੀ ਜਾਣਨ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿਸੇ ਪਰਮਾਣੂ ਦੇ ਨਾਭਿਕ ਵਿੱਚ ਧਨ ਚਾਰਜਾਂ ਦੀ ਗਿਣਤੀ ਨੂੰ ਉਸ ਪਰਮਾਣੂ ਦਾ ਐਟੋਮਿਕ ਨੰਬਰ ਆਖਦੇ ਹਾਂ। ਐਟੋਮਿਕ ਨੰਬਰ ਤੋਂ ਭਾਵ ਪਰਮਾਣੂ ਸੰਖਿਆ। ਐਟੋਮਿਕ ਨੰਬਰ ਤੋਂ ਭਾਵ ਪਰਮਾਣੂ ਸੰਖਿਆ means the number of unit positive charge present in the nucleus of an atom is known as atomic number of that element। ਅਤੇ ਇਸ ਨੂੰ ਉਸਨੇ ਸਿੰਬਲ Z ਨਾਲ ਰਿਪਰੈਜ਼ੈਂਟ ਕੀਤਾ। ਤੇ ਪਿਆਰੇ ਵਿਦਿਆਰਥੀਓ, ਅਸੀਂ ਜਾਣਦੇ ਹਾਂ ਕਿ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ means we know that atoms are electrically neutral। ਇਸ ਲਈ ਕਿਸੇ ਵੀ ਉਦਾਸੀਨ ਐਲੀਮੈਂਟ ਦਾ ਐਟੋਮਿਕ ਨੰਬਰ ਉਸ ਦੇ ਵਿੱਚ ਪ੍ਰੈਜ਼ੈਂਟ ਇਲੈਕਟ੍ਰੋਨਾਂ ਦੇ ਬਰਾਬਰ ਹੋਵੇਗਾ। ਤੋਂ ਇਸ ਤੋਂ ਇਹ ਭਾਵ ਹੈ ਕਿਸੇ ਵੀ ਤੱਤ ਦੀ ਪਰਮਾਣੂ ਸੰਖਿਆ ਉਸ ਦੇ ਵਿੱਚ ਪ੍ਰੈਜ਼ੈਂਟ ਇਲੈਕਟ੍ਰੋਨਾਂ ਦੀ ਗਿਣਤੀ ਅਤੇ ਪ੍ਰੋਟੋਨਾਂ ਦੀ ਗਿਣਤੀ ਦੇ ਬਰਾਬਰ ਹੋਵੇਗਾ। ਇਟ ਮੀਨਸ atomic number of an element will be equal to number of protons and number of electrons present in that element। ਬੱਚਿਓ, 1920 ਈਸਵੀ ਤੱਕ ਇਹੀ ਗਿਆਨ ਸੀ ਕਿ ਕਿਸੇ ਵੀ ਪਰਮਾਣੂ ਵਿੱਚ ਦੋ ਫੰਡਾਮੈਂਟਲ ਪਾਰਟੀਕਲ ਹੁੰਦੇ ਹਨ। ਕਿਹੜੇ-ਕਿਹੜੇ? ਇਲੈਕਟ੍ਰੋਨ ਅਤੇ ਪ੍ਰੋਟੋਨ। ਇਲੈਕਟ੍ਰੋਨ ਅਤੇ ਪ੍ਰੋਟੋਨ। ਤੇ ਬੱਚਿਓ, ਕਿਉਂਕਿ
ਇਲੈਕਟ੍ਰੋਨ ਦਾ ਪੁੰਜ ਬਹੁਤ ਘੱਟ ਹੁੰਦਾ ਹੈ, ਇਸ ਲਈ ਕਿਸੇ ਵੀ ਪਰਮਾਣੂ ਦਾ ਸਾਰਾ ਪੁੰਜ ਉਸ ਦੇ ਵਿੱਚ ਮੌਜੂਦ ਪ੍ਰੋਟੋਨ ਕਰਕੇ ਹੀ ਮੰਨਿਆ ਜਾਂਦਾ ਸੀ, ਜੋ ਕਿ ਪਰਮਾਣੂ ਦੇ ਕੇਂਦਰਕ ਮੀਨਸ ਨਿਊਕਲੀਅਸ ਵਿੱਚ ਸਨ। ਤੇ ਪਿਆਰੇ ਵਿਦਿਆਰਥੀਓ, ਇੱਕ ਪ੍ਰੋਟੋਨ ਦਾ ਪੁੰਜ ਕਿਸ ਦੇ ਬਰਾਬਰ ਹੁੰਦਾ ਹੈ? ਇਸ ਨੂੰ ਨੋਟ ਕਰੋ, 1.67 ਗੁਣਾ 10 ਦੀ ਪਾਵਰ -27 kg। kg ਤੋਂ ਭਾਵ ਕਿਲੋਗ੍ਰਾਮ, ਜਿਸ ਨੂੰ ਅਸੀਂ 1U ਨਾਲ ਰਿਪਰੈਜ਼ੈਂਟ ਕਰਦੇ ਹਾਂ। ਇੱਥੇ U ਤੋਂ ਭਾਵ ਹੈ ਯੂਨੀਫਾਈਡ ਮਾਸ। ਪਿਆਰੇ ਵਿਦਿਆਰਥੀਓ, ਰਦਰਫੋਰਡ ਨੇ ਖੋਜਿਆ ਕਿ ਹਾਈਡਰੋਜਨ ਨੂੰ ਛੱਡ ਕੇ ਬਾਕੀ ਹੋਰ ਕਿਸੇ ਵੀ ਐਲੀਮੈਂਟ ਦਾ ਪੁੰਜ ਇਕੱਲੇ ਇਲੈਕਟ੍ਰੋਨਾਂ ਅਤੇ ਪ੍ਰੋਟੋਨਾਂ ਕਰਕੇ ਨਹੀਂ ਦਰਸਾਇਆ ਜਾ ਸਕਦਾ। ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਹੀਲੀਅਮ ਐਲੀਮੈਂਟ ਦੀ ਉਦਾਹਰਨ ਲੈਂਦੇ ਹਾਂ ਤੇ ਹੀਲੀਅਮ ਐਟਮ ਦੇ ਨਾਭਿਕ ਵਿੱਚ 2 ਪ੍ਰੋਟੋਨ ਅਤੇ ਇਲੈਕਟ੍ਰੋਨ ਜੋ ਕਿ ਹੀਲੀਅਮ ਦੇ ਐਕਸਟਰਾ ਨਿਊਕਲੀਅਰ ਪੋਰਸ਼ਨ ਵਿੱਚ ਹੁੰਦੇ ਹਨ ਹੋਣਗੇ, ਤੇ ਇਸ ਲਈ ਹੀਲੀਅਮ ਦਾ ਪੁੰਜ ਪ੍ਰੋਟੋਨ ਦੇ ਪੁੰਜ ਤੋਂ 2 ਗੁਣਾ ਜ਼ਿਆਦਾ ਹੋਣਾ ਚਾਹੀਦਾ ਸੀ, ਕਿਉਂਕਿ ਹੀਲੀਅਮ ਦੇ ਵਿੱਚ ਪ੍ਰੋਟੋਨਾਂ ਦੀ ਸੰਖਿਆ ਕਿੰਨੀ ਹੈ? 2। ਪਰ ਹੀਲੀਅਮ ਦਾ ਪੁੰਜ ਅਸਲ ਵਿੱਚ 4U ਸੀ। ਤੇ ਬੱਚਿਓ, ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਰਦਰਫੋਰਡ ਨੇ ਕਿਹਾ ਕਿ ਪਰਮਾਣੂ ਦੇ ਕੇਂਦਰਕ ਵਿੱਚ ਕੁਝ ਉਦਾਸੀਨ ਕਣ ਹੁੰਦੇ ਹਨ, ਜਿਨ੍ਹਾਂ ਦਾ ਪੁੰਜ ਲਗਭਗ ਪ੍ਰੋਟੋਨ ਦੇ ਬਰਾਬਰ ਹੋਣਾ ਚਾਹੀਦਾ ਹੈ, ਪਰ ਉਹਨਾਂ ਤੇ ਕੋਈ ਚਾਰਜ ਨਹੀਂ ਹੋਵੇਗਾ। ਪਰ ਬੱਚਿਓ, ਇਹਨਾਂ ਉਦਾਸੀਨ ਕਣਾਂ ਦੀ ਖੋਜ ਜੇਮਸ ਚੈਡਵਿਕ ਦੁਆਰਾ 1931 ਈਸਵੀ ਵਿੱਚ ਕੀਤੀ ਗਈ, ਜਦੋਂ ਉਸਨੇ ਤੇਜ਼ ਗਤੀ ਵਾਲੇ ਅਲਫਾ ਕਣਾਂ ਨੂੰ ਬੇਰੀਲੀਅਮ ਧਾਤ ਦੀ ਪਤਲੀ ਪੱਤੀ ਉੱਪਰ ਟਕਰਾਇਆ। ਇਸ ਪ੍ਰਕਿਰਿਆ ਵਿੱਚ ਨਿਕਲਣ ਵਾਲੇ ਚਾਰਜ ਰਹਿਤ ਕਣਾਂ ਦਾ ਪੁੰਜ 1.675 ਗੁਣਾ 10 ਦੀ ਪਾਵਰ -27 kg ਦੇ ਬਰਾਬਰ ਸੀ, ਜੋ ਕਿ ਲਗਭਗ ਪ੍ਰੋਟੋਨ ਦੇ ਪੁੰਜ ਦੇ ਬਰਾਬਰ ਸੀ। ਇਸ ਲਈ ਇਸ ਦਾ ਨਾਮ ਨਿਊਟ੍ਰੋਨ ਪਿਆ, ਜਿਸ ਨੂੰ N ਨਾਲ ਦਰਸਾਇਆ ਜਾਂਦਾ ਹੈ। ਕਿਸ ਨਾਲ ਦਰਸਾਇਆ ਜਾਂਦਾ ਹੈ? N ਦੇ ਨਾਲ। ਤੋਂ ਪਿਆਰੇ ਵਿਦਿਆਰਥੀਓ, ਇੱਥੋਂ ਨਿਊਟ੍ਰੋਨ ਦੀ ਖੋਜ ਹੋਈ। ਤੇ ਬੱਚਿਓ, ਹਾਈਡਰੋਜਨ ਨੂੰ ਛੱਡ ਕੇ ਇਹ ਨਿਊਟ੍ਰੋਨ ਸਭ ਪਰਮਾਣੂਆਂ ਦੇ ਨਾਭਿਕ ਵਿੱਚ ਹੁੰਦੇ ਹਨ। ਬੱਚਿਓ, ਹੁਣ ਤੱਕ ਅਸੀਂ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟ੍ਰੋਨ ਬਾਰੇ ਪੜ੍ਹ ਲਿਆ ਹੈ, ਜਿਨ੍ਹਾਂ ਵਿੱਚ ਪ੍ਰੋਟੋਨ ਅਤੇ ਨਿਊਟ੍ਰੋਨ ਪਰਮਾਣੂ ਦੇ ਕੇਂਦਰਕ ਮੀਨਸ ਨਿਊਕਲੀਅਸ ਵਿੱਚ ਹੁੰਦੇ ਹਨ, ਜਿਸ ਨਾਲ ਪਰਮਾਣੂ ਦਾ ਪੁੰਜ ਹੁੰਦਾ ਹੈ, ਅਤੇ ਇਲੈਕਟ੍ਰੋਨ ਪਰਮਾਣੂ ਦੇ ਐਕਸਟਰਾ ਨਿਊਕਲੀਅਰ ਪੋਰਸ਼ਨ ਵਿੱਚ ਹੁੰਦੇ ਹਨ। ਸੋ ਬੱਚਿਓ, ਪਰਮਾਣੂ ਦਾ ਪੁੰਜ ਪਰਮਾਣੂਆਂ ਦੇ ਨਾਭਿਕ ਮੀਨਸ ਨਿਊਕਲੀਅਸ ਵਿੱਚ ਮੌਜੂਦ ਪ੍ਰੋਟੋਨ ਅਤੇ ਨਿਊਟ੍ਰੋਨ ਦੇ ਪੁੰਜ ਦੇ ਜੋੜ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ, ਜਿਸ ਨੂੰ ਪਰਮਾਣੂ ਦਾ ਮਾਸ ਨੰਬਰ ਆਖਦੇ ਹਾਂ। ਕੀ ਆਖਦੇ ਹਾਂ? ਮਾਸ ਨੰਬਰ। ਮਾਸ ਨੰਬਰ ਤੋਂ ਭਾਵ ਪੁੰਜ ਸੰਖਿਆ, ਤੇ ਇਸ ਨੂੰ ਅਸੀਂ A ਸਿੰਬਲ ਨਾਲ ਰਿਪਰੈਜ਼ੈਂਟ ਕਰਦੇ ਹਾਂ। ਤੋਂ ਪਿਆਰੇ ਵਿਦਿਆਰਥੀਓ, ਇਸ ਤੋਂ ਭਾਵ ਹੈ ਕਿਸੇ ਵੀ ਤੱਤ ਦਾ ਮਾਸ ਨੰਬਰ ਮਤਲਬ ਪੁੰਜ ਸੰਖਿਆ ਕਿਸ ਦੇ ਬਰਾਬਰ ਹੋਈ? ਉਸ ਤੱਤ ਵਿੱਚ ਮੌਜੂਦ ਪ੍ਰੋਟੋਨਾਂ ਦੀ ਗਿਣਤੀ ਜਮਾ ਨਿਊਟ੍ਰੋਨਾਂ ਦੀ ਗਿਣਤੀ। ਸੋ ਪਿਆਰੇ ਵਿਦਿਆਰਥੀਓ, ਕਿਸੇ ਵੀ ਤੱਤ ਮੀਨਸ ਐਲੀਮੈਂਟ ਨੂੰ ਅਸੀਂ ਉਸ ਦੇ ਸਿੰਬਲ ਨਾਲ ਰਿਪਰੈਜ਼ੈਂਟ ਕਰਦੇ ਹਾਂ। ਮੰਨ ਲਓ
ਕੋਈ ਵੀ ਐਲੀਮੈਂਟ ਜਿਸ ਦਾ ਸਿੰਬਲ x ਹੈ ਉਸ ਤੱਤ ਦਾ ਐਟੋਮਿਕ ਨੰਬਰ ਮੀਨਸ ਪਰਮਾਣੂ ਸੰਖਿਆ ਨੂੰ ਉਸ ਦੇ ਸਿੰਬਲ ਮੀਨਸ ਪ੍ਰਤੀਕ ਦੇ ਖੱਬੇ ਪਾਸੇ ਹੇਠਾਂ ਵੱਲ ਦਰਸਾਇਆ ਜਾਂਦਾ ਹੈ, ਜਦ ਕਿ ਉਸ ਦੇ ਮਾਸ ਨੰਬਰ ਮੀਨਸ ਪੁੰਜ ਸੰਖਿਆ ਨੂੰ ਉਸ ਦੇ ਖੱਬੇ ਪਾਸੇ ਉੱਪਰ ਵੱਲ ਦਰਸਾਇਆ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਅਸੀਂ ਹੀਲੀਅਮ ਤੱਤ ਨੂੰ ਉਸ ਦੇ ਸਿੰਬਲ ਦੁਆਰਾ ਦਰਸਾਉਣਾ ਹੋਵੇ ਤਾਂ ਉਸ ਦਾ ਸਿੰਬਲ ਮੀਨਸ ਪ੍ਰਤੀਕ He ਹੈ ਅਤੇ 2 ਉਸ ਦਾ ਐਟੋਮਿਕ ਨੰਬਰ ਮੀਨਸ ਪਰਮਾਣੂ ਸੰਖਿਆ ਹੈ ਤੇ 4 ਉਸ ਦਾ ਮਾਸ ਨੰਬਰ ਮੀਨਸ ਪੁੰਜ ਸੰਖਿਆ ਹੈ। ਤੇ ਬੱਚੋ ਕਿਸੇ ਵੀ ਉਦਾਸੀਨ ਤੱਤ ਮੀਨਸ ਕਿਸੇ ਵੀ ਨਿਊਟਰਲ ਐਲੀਮੈਂਟ ਵਿੱਚ ਪ੍ਰੋਟੋਨ ਦੀ ਸੰਖਿਆ ਉਸ ਦੇ ਐਟੋਮਿਕ ਨੰਬਰ ਦੇ ਬਰਾਬਰ ਹੁੰਦੀ ਹੈ। ਇਲੈਕਟ੍ਰੋਨ ਦੀ ਸੰਖਿਆ ਉਸ ਦੇ ਪ੍ਰੋਟੋਨ ਦੇ ਬਰਾਬਰ ਹੀ ਹੋਵੇਗੀ। ਨਿਊਟਰੋਨ ਦੀ ਸੰਖਿਆ ਨੂੰ ਕੱਢਣ ਲਈ ਅਸੀਂ ਮਾਸ ਨੰਬਰ ਵਿੱਚੋਂ ਐਟੋਮਿਕ ਨੰਬਰ ਘਟਾਵਾਂਗੇ। ਉਦਾਹਰਨ ਦੇ ਤੌਰ ਤੇ ਜੇਕਰ ਸਾਡੇ ਕੋਲ ਐਲੂਮੀਨੀਅਮ ਦਾ ਤੱਤ ਹੈ ਜਿਸ ਦਾ ਐਟੋਮਿਕ ਨੰਬਰ 13 ਹੈ ਅਤੇ 27 ਉਸ ਦਾ ਮਾਸ ਨੰਬਰ ਹੈ, ਇਸ ਵਿੱਚ ਅਗਰ ਅਸੀਂ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨ ਦੀ ਗਿਣਤੀ ਪਤਾ ਕਰਨੀ ਹੋਵੇ ਤਾਂ ਐਲੂਮੀਨੀਅਮ ਦਾ ਐਟੋਮਿਕ ਨੰਬਰ 13 ਹੋਣ ਕਰਕੇ ਇਸ ਵਿੱਚ ਪ੍ਰੋਟੋਨਾਂ ਦੀ ਗਿਣਤੀ ਵੀ 13 ਹੋਵੇਗੀ ਅਤੇ ਇਲੈਕਟ੍ਰੋਨ ਦੀ ਗਿਣਤੀ ਵੀ 13 ਹੋਵੇਗੀ ਕਿਉਂਕਿ ਇਸ ਤੱਤ ਉੱਪਰ ਕੋਈ ਚਾਰਜ ਨਹੀਂ ਹੈ। ਜਦ ਕਿ ਨਿਊਟਰੋਨਾਂ ਦੀ ਗਿਣਤੀ ਪਤਾ ਕਰਨ ਲਈ ਅਸੀਂ ਉਸ ਦੇ ਮਾਸ ਨੰਬਰ ਜੋ ਕਿ 27 ਹੈ ਵਿੱਚੋਂ 13 ਉਸ ਦਾ ਐਟੋਮਿਕ ਨੰਬਰ ਮਾਈਨਸ ਕਰਾਂਗੇ, ਜਿਸ ਨਾਲ ਨਿਊਟਰੋਨਾਂ ਦੀ ਗਿਣਤੀ 14 ਪ੍ਰਾਪਤ ਹੋਵੇਗੀ। ਸੋ ਪਿਆਰੇ ਵਿਦਿਆਰਥੀਓ, ਕਿਸੇ ਵੀ ਕੇਂਦਰਕ ਵਿੱਚ ਮੌਜੂਦ ਪ੍ਰੋਟੋਨ ਅਤੇ ਨਿਊਟਰੋਨ ਨੂੰ ਇਕੱਠੇ ਉਸ ਤੱਤ ਦੇ ਨਿਊਕਲੀਅਸ ਦੇ ਨਿਊਕਲੀਓਨਸ ਆਖਦੇ ਹਾਂ। ਕੀ ਆਖਦੇ ਹਾਂ? ਨਿਊਕਲੀਓਨਸ। It means the nucleus of an atom contain both protons and neutrons and these are also known as nucleons। ਕੀ ਆਖਦੇ ਆ ਉਸ ਨੂੰ? ਨਿਊਕਲੀਓਨਸ। ਇਸ ਤੋਂ ਭਾਵ ਐਲੂਮੀਨੀਅਮ ਦੇ ਵਿੱਚ ਨਿਊਕਲੀਓਨਸ ਦੀ ਗਿਣਤੀ ਕਿੰਨੀ ਹੋਵੇਗੀ? ਪ੍ਰੋਟੋਨ ਦੀ ਗਿਣਤੀ ਜਮਾ ਨਿਊਟਰੋਨ ਦੀ ਗਿਣਤੀ, ਜੋ ਕਿ 13 ਜਮਾ 14 ਬਰਾਬਰ 27 ਹੋਵੇਗੀ।